देखो राजे, ਜਿਹੜਾ ਕੰਪਾਊਂਡ ਲੈਵੀ ਸਕੀਮ ਕੰਪਾਊਂਡ ਲੈਵੀ ਸਕੀਮ ਇਹ ਉਹ ਸਕੀਮ ਹੈ। ਇਟ ਇਜ਼ ਐਨ ਅਲਟਰਨੇਟਿਵ ਮੈਥਡ ਆਫ ਲੈਵੀ ਟੈਕਸ ਡਿਜ਼ਾਈਨ ਫॉर ਸਮੋਲ ਟੈਕਸ ਪੇਅਰ ਜਿਨ੍ਹਾਂ ਦੀ ਸੇਲ 1.5 ਕਰੋੜ ਤੋਂ ਘੱਟ ਹੁੰਦੀ ਆ ਨਾਰਮਲ ਫਾਈਨੈਂਸ਼ੀਅਲ ਈਅਰ 'ਚ, ਅਤੇ ਕੁਛ ਸਪੈਸ਼ਲ ਸਟੇਟਸ ਦੇ ਵਿੱਚ 75 ਲੱਖ ਤੋਂ ਘੱਟ ਹੁੰਦੀ ਆ, ਉਹਨਾਂ ਲਈ ਕੰਪਾਊਂਡ ਲੈਵੀ ਸਕੀਮ ਆ। ਬੇਸਿਕਲੀ ਇਹ ਗੌਰਮੈਂਟ ਦੀ ਉਹ ਸਕੀਮ ਆ ਜਿਹਦੇ ਵਿੱਚ ਕੀ ਆ ਕਿ ਟੈਕਸ ਰੇਟ ਆ ਜਿਹੜਾ ਬਹੁਤ ਘੱਟ 5% ਹੁੰਦਾ ਮੈਕਸੀਮਮ, ਠੀਕ ਹੈ ਨਾ। ਬਟ ਇਹਦੇ 'ਚ ਇਹ ਹੁੰਦਾ ਰਾਜੇ ਕਿ ITC ਨਹੀਂ ਮਿਲਦਾ। ਹੁਣ ਇਹਦੇ ਕੁਝ ਫੀਚਰਸ ਨੇ ਜਿਹਨਾਂ ਤੋਂ ਆਪਾਂ ਕੰਪਾਊਂਡ ਲੈਵੀ ਸਕੀਮ ਨੂੰ ਅੱਛੇ ਤਰੀਕੇ ਨਾਲ ਸਮਝ ਸਕਦੇ ਹਾਂ। ਮੈਂ ਸਾਰੀ ਕੰਪਾਊਂਡ ਲੈਵੀ ਸਕੀਮ ਇਹਦੇ 'ਚ ਕਵਰ ਕਰ ਦੂੰਗਾ। ਕੰਪਾਊਂਡ ਲੈਵੀ ਸਕੀਮ ਇਜ਼ ਐਨ ਆਪਸ਼ਨਲ। ਪਹਿਲੀ ਗੱਲ ਤਾਂ ਇਹ ਕੀ ਹੈ, ਇੱਕ ਆਪਸ਼ਨਲ, ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਹਦੇ ਅੰਡਰ ਆਉਣਾ ਵਾ ਜਾਂ ਨਹੀਂ ਆਉਣਾ। ਉਸ ਤੋਂ ਬਾਅਦ ਕੰਪਾਊਂਡ ਲੈਵੀ ਸਕੀਮ ਇਜ਼ ਐਪਲੀਕੇਬਲ ਫॉर ਆਲ ਗੁੱਡਸ। ਇਹ ਜਿੰਨੀਆਂ ਜੋ ਵੀ ਆਪਾਂ ਗੁੱਡਸ, ਮਤਲਬ ਇਹ ਨਹੀਂ ਹੈਗਾ ਕਿਸੇ ਪਰਟੀਕੂਲਰ ਸਪੈਸੀਫਿਕ ਗੁੱਡਸ ਵਾਸਤੇ ਐਪਲੀਕੇਬਲ ਹੁੰਦੀ ਹੈ। ਤੁਸੀਂ ਜਿਹੜੀਆਂ ਮਰਜ਼ੀ ਗੁੱਡਸ 'ਚ ਡੀਲ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਕੰਪਾਊਂਡ ਲੈਵੀ ਸਕੀਮ 'ਚ ਕਰਾ ਸਕਦੇ ਹੋ। ਇਹ ਟਰਨ-ਓਵਰ ਦੇ ਹਿਸਾਬ ਨਾਲ ਆ, ਠੀਕ ਹੈ। ਹੁਣ ਇਹਦੇ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਐਗਰੀਗੇਟ ਟਰਨ-ਓਵਰ ਦੀ, ਐਗਰੀਗੇਟ ਟਰਨ-ਓਵਰ ਦਾ ਮਤਲਬ ਹੁੰਦਾ ਵਾ ਕਿ ਸਾਰੀਆਂ ਤੁਹਾਡੀਆਂ ਸੇਲਸ, ਲੇਕਿਨ ਉਹਦੇ 'ਚ ਨਾ ਜਿਹੜੀ ਸੇਲ ਆ ਐਕਸਪੋਰਟ ਵਾਲੀ ਹੋਣੀ ਚਾਹੀਦੀ ਆ, ਨਾ ਇੰਟਰਸਟੇਟ ਹੋਣੀ ਚਾਹੀਦੀ ਆ, ਠੀਕ ਹੈ ਨਾ, ਨਾ ਰਿਵਰਸ ਚਾਰਜ ਮੈਕਨੀਜ਼ਮ ਵਾਲੀ ਹੋਣੀ। ਮਤਲਬ ਸਿਰਫ ਜਿਹੜਾ ਲੋਕਲ ਸੇਲ ਕਰ ਰਿਹਾ ਬੰਦਾ, ਸਿਰਫ ਉਹ ਆਪਣੇ ਆਪ ਨੂੰ ਕੰਪਾਊਂਡ ਲੈਵੀ ਸਕੀਮ ਦੇ ਅੰਡਰ ਕੀ ਕਰਾ ਸਕਦਾ, ਰਜਿਸਟਰਡ ਕਰਾ ਸਕਦਾ। ਗੈਟਿੰਗ ਰਜਿਸਟਰਡ ਅੰਡਰ ਕੰਪਾਊਂਡ ਲੈਵੀ ਸਕੀਮ ਇਜ਼ ਆਪਸ਼ਨਲ ਐਂਡ ਵਲੰਟਰਲੀ। ਰੇਟ ਜਿਹੜੇ ਕੰਪਾਊਂਡ ਲੈਵੀ ਸਕੀਮ 'ਚ ਹੈਗੇ ਨੇ ਡਿਫਰੈਂਟ ਹੈਗੇ ਨੇ, 1%, 5%, 6%, ਠੀਕ ਹੈ। ਮੈਕਸੀਮਮ ਉਸ ਤੋਂ ਬਾਅਦ ਨੋ ITC ਅਵੇਲੇਬਲ। ਇਹਦੇ 'ਤੇ ਕੋਈ ਵੀ ITC ਨਹੀਂ ਮਿਲਦਾ ਆਪਾਂ ਨੂੰ ਕੰਪਾਊਂਡ ਲੈਵੀ ਸਕੀਮ ਦੇ ਵਿੱਚ। ਨੋ ਕਲੈਕਸ਼ਨ, ਨੋ ਇਸ਼ੂ ਆਫ ਟੈਕਸ ਇਨਵਾਇਸ। ਇਹਦੇ ਵਿੱਚ ਰਾਜੇ ਜਿਹੜਾ ਸਾਨੂੰ ਨਾ ਇਨਵਾਇਸ ਬਣਾਉਣ ਦੀ ਲੋੜ ਨਹੀਂ ਹੁੰਦੀ। ਇਹਦੇ 'ਚ ਇਨਵਾਇਸ ਦੀ ਜਗ੍ਹਾ 'ਤੇ ਬਿੱਲ ਆਫ ਸਪਲਾਈ ਇਸ਼ੂ ਹੁੰਦਾ। ਇਨਵਾਇਸ ਮਤਲਬ ਬਿੱਲ ਬਣਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਆਪਾਂ ਸੇਲ ਕਰਦੇ ਹਾਂ, ਬਟ ਬਿੱਲ ਦੀ ਜਗ੍ਹਾ ਬਿੱਲ ਆਫ ਸਪਲਾਈ ਬਣਦਾ, ਉਹ ਜਸਟ ਲਾਈਕ ਬਿੱਲ ਹੀ ਹੁੰਦਾ। ਲੈਸਰ ਕੰਪਲਾਇੰਸ, ਇਹਦੇ 'ਚ ਕੀ ਆ, ਫਾਰਮੈਲਿਟੀਜ਼ ਘੱਟ ਨੇ ਐਜ਼ ਕੰਪੇਅਰ ਟੂ ਅਦਰ। ਇਸ਼ੂ ਦਾ ਬਿੱਲ ਆਫ ਸਪਲਾਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵਾ ਕਿ ਇਹਦੇ ਵਿੱਚ ਕੀ ਹੁੰਦਾ ਵਾ ਕਿ ਆਪਾਂ ਨੂੰ ਨਾ ਬਿੱਲ ਆਫ ਸਪਲਾਈ ਇਸ਼ੂ ਕਰਨਾ ਪੈਂਦਾ ਹੁੰਦਾ ਇਰਰਿਸਪੈਕਟਿਵ ਆਫ ਇਨਵਾਇਸ ਬਿੱਲ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਕੰਪਾਊਂਡ ਲੈਵੀ ਸਕੀਮ ਆ ਇਹ ਵੀ ਪੈਨ ਬੇਸਡ ਆ, ਤੁਹਾਡਾ ਪੈਨ ਬੇਸਡ ਹੀ ਚੱਲੂਗਾ। ਅਤੇ RCM 'ਚ ਕੰਪਾਊਂਡ ਲੈਵੀ ਸਕੀਮ ਨਹੀਂ ਚੱਲਦੀ। RCM ਮਤਲਬ ਰਿਵਰਸ ਚਾਰਜ ਮੈਕਨੀਜ਼ਮ ਦੇ ਵਿੱਚ ਕੰਪਾਊਂਡ ਲੈਵੀ ਸਕੀਮ ਨਹੀਂ ਚੱਲਦੀ। ਕੰਪੋਜੀਸ਼ਨ ਡੀਲਰ ਕੈਨ ਸਪਲਾਈ ਸਰਵਿਸਿਜ਼, ਕੈਨ ਸਪਲਾਈ, ਜੇ ਤੁਸੀਂ ਇਸ ਸਕੀਮ 'ਚ ਆਉਣਾ ਤਾਂ 5 ਲੱਖ ਤੱਕ ਦੀਆਂ ਸਰਵਿਸਿਜ਼ ਮੈਕਸੀਮਮ ਤੁਸੀਂ ਸਪਲਾਈ ਕਰ ਸਕਦੇ ਹੋ, ਠੀਕ ਹੈ, ਠੀਕ ਹੈ। ਇਹਦੇ ਲਈ ਕੁਛ ਪ੍ਰੋਸੀਜਰ ਆ ਕਿ ਫॉर ਆਪਟਿੰਗ ਰਜਿਸਟ੍ਰੇਸ਼ਨ ਕੰਪਾਊਂਡ ਲੈਵੀ ਸਕੀਮ ਦੇ ਅੰਡਰ ਤੁਸੀਂ ਅਗਰ ਆਪਣੇ ਆਪ ਨੂੰ ਰਜਿਸਟਰਡ ਕਰਾਉਣਾ ਵਾ ਅਤੇ ਉਹਦੇ ਲਈ ਕੀ ਪ੍ਰੋਸੀਜਰ ਹੈਗਾ ਵਾ ਜਾਂ ਕੀ ਇਹਦੀਆਂ ਫਾਰਮੈਲਿਟੀਜ਼ ਹੈਗੀਆਂ। ਮੈਨੂਫੈਕਚਰ ਐਂਡ ਟਰੇਡਰ ਰਜਿਸਟਰਡ ਇਨ ਐਨੀ ਸਟੇਟ ਐਕਸੈਪਟ ਸਪੈਸ਼ਲ ਕੈਟਾਗਰੀ ਸਟੇਟ, ਅਗਰ ਉਹਨਾਂ ਦੀ ਸੇਲ 1.5 ਕਰੋੜ ਤੋਂ ਥੱਲੇ ਹੈਗੀ ਆ ਤਾਂ ਉਹ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦੇ ਨੇ। ਜਿਹੜਾ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਬੰਦਾ ਉਹਦੀਆਂ ਸਰਵਿਸਿਜ਼ 5 ਲੱਖ ਤੋਂ ਉੱਪਰ, ਸਮਝ ਆ ਗਈ ਮੇਰੀ ਗੱਲ, ਸਰਵਿਸਿਜ਼ 5 ਲੱਖ ਤੋਂ ਉੱਪਰ ਕਿਸੇ ਵੀ ਸਟੇਟ ਦੇ ਵਿੱਚ ਤੁਸੀਂ ਰਜਿਸਟਰਡ ਹੋਵੋ, ਭਾਵੇਂ ਤੁਸੀਂ ਆਪਣੇ ਆਪ ਨੂੰ ਕੰਪਾਊਂਡ ਲੈਵੀ ਸਕੀਮ 'ਚ ਕਰਾ ਸਕਦੇ ਹੋ, ਸਟੇਟ। ਉਸ ਤੋਂ ਬਾਅਦ ਜਿਹੜੇ ਸਪੈਸ਼ਲ ਕੈਟਾਗਰੀ ਵਾਲੇ ਬੰਦੇ ਨੇ ਉਹਨਾਂ ਦੀ ਜਿਹੜੀ ਸੇਲ ਆ ਉਹ ਕਿੰਨੀ ਆ, 75 ਲੱਖ। ਮੈਂ ਦੁਬਾਰਾ ਰਿਪੀਟ ਕਰਦਾ, ਅਗਰ ਤੁਸੀਂ ਬਾਕੀ ਸਟੇਟਸ ਰਜਿਸਟਰਡ ਹੋ ਕਿਸੇ ਵੀ ਐਕਟ ਦੇ ਅੰਡਰ, ਕਿਸੇ ਵੀ ਲਾਅ ਦੇ ਅੰਡਰ, ਤਾਂ ਤੁਸੀਂ 1.5 ਕਰੋੜ ਤੋਂ ਅਗਰ ਥੱਲੇ ਤੁਹਾਡੀ ਸੇਲ ਆ ਤਾਂ ਤੁਸੀਂ ਆਪਣੇ ਆਪ ਨੂੰ ਕੰਪਾਊਂਡ ਲਈ, ਅਗਰ ਆਹ ਜਿਹੜੀਆਂ ਸਪੈਸੀਫਿਕ ਸਟੇਟਸ ਹੈਗੇ ਨੇ ਉਹਨਾਂ ਦੇ ਵਿੱਚੋਂ ਤਾਂ 75 ਲੱਖ ਤੋਂ ਨੀਚੇ ਦੀ ਸੇਲ। ਇਸ ਵਾਸਤੇ ਇਹ ਸਰਵਿਸ ਪ੍ਰੋਵਾਈਡਰ ਹੂਜ਼ ਟਰਨ-ਓਵਰ ਇਜ਼ ਲੈਸ ਦੈਨ 50 ਲੱਖ ਐਂਡ ਆਫਟ ਫॉर ਕੰਪਾਊਂਡ ਲੈਵੀ ਸਕੀਮ। ਜਿਹੜੀਆਂ ਮੈਂ ਆਹ 5 ਲੱਖ ਦੀਆਂ ਸਰਵਿਸਿਜ਼ ਕਹੀਆਂ ਨੇ ਨਾ, ਕੈਨ ਆਲਸੋ ਸਪਲਾਈਜ਼, ਇਹ ਮੈਂ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਮੈਨੂਫੈਕਚਰਰ ਆਪਣੀਆਂ ਗੁੱਡਸ ਦੇ ਨਾਲ ਸਰਵਿਸਿਜ਼ ਦੇ ਰਿਹਾ, ਮੇਰਾ ਪੁਆਇੰਟ ਫੋਲੋ ਕਰ ਗਏ ਤੁਸੀਂ। ਲੇਕਿਨ ਅਗਰ ਤੁਸੀਂ ਇਕੱਲੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹੋ ਤਾਂ 50 ਲੱਖ ਤੱਕ। ਮੈਂ ਰਿਪੀਟ ਕਰਾਂ, ਜਿਹੜੀ ਮੈਂ 5 ਲੱਖ ਦੀ ਤੁਹਾਨੂੰ ਉੱਪਰ ਗੱਲ ਦੱਸੀ ਹੈ, 5 ਲੱਖ ਤੱਕ ਦੀ, ਉਹ ਹੈਗੀ ਆ ਗੁੱਡਸ ਵਿਦ ਸਰਵਿਸਿਜ਼। ਜੇਕਰ ਆਪਾਂ ਦੂਜੀ ਦੀ ਗੱਲ ਕਰੀਏ ਉਹ ਹੈਗੀਆਂ ਨੇ ਸਿੰਪਲੀ 50 ਲੱਖ, ਠੀਕ ਹੈ, ਸਰਵਿਸ। ਉਸ ਤੋਂ ਬਾਅਦ ਪ੍ਰੋਸੀਜਰ ਕੀ ਹੁੰਦਾ ਵਾ ਰਾਜੇ, ਸਾਨੂੰ ਪ੍ਰੋਸੀਜਰ ਸਭ ਤੋਂ ਪਹਿਲਾਂ ਰਾਜੇ ਸਾਨੂੰ ਇੰਟੀਮੇਸ਼ਨ ਦੇਣੀ ਪੈਂਦੀ ਹੈ, ਠੀਕ ਹੈ ਨਾ। ਇੰਟੀਮੇਸ਼ਨ ਸਮਝਦੇ ਹੋ ਕਿ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਦੇਣੀ ਪੈਂਦੀ ਹੈ ਕਿ ਅਸੀਂ ਆਪਣੇ ਆਪ ਨੂੰ ਇਹਦੇ ਅੰਡਰ ਰਜਿਸਟਰਡ ਕਰਾਉਣਾ ਚਾਹੁੰਦੇ ਹਾਂ। ਇਹਦੇ 'ਚ ਕਿਹੜੇ ਬੰਦੇ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦੇ ਆ, ਜਿਹੜੇ ਆਲਰੇਡੀ ਰਜਿਸਟਰਡ ਅੰਡਰ
ਪ੍ਰੀ GST ਰਿਜਮ। ਪ੍ਰੀ GST मतलब ਉਹ ਰਜਿਸਟਰਡ ਨੇ ਵੈਟ ਦੇ ਅੰਦਰ, ਸਰਵਿਸ ਟੈਕਸ ਦੇ ਅੰਦਰ, ਐਕਸਾਈਜ਼ ਦੇ ਅੰਦਰ ਜਿਹੜੇ ਆਪ ਰਜਿਸਟਰਡ ਹੈਗੇ ਨੇ ਉਹ ਫਾਰਮ GST CPM 01 ਭਰ ਕੇ 30 ਦਿਨਾਂ ਦੇ ਅੰਦਰ ਅੰਦਰ ਆਪਣੇ ਆਪ ਨੂੰ ਇਹਦੇ ਅੰਡਰ ਰਜਿਸਟਰਡ ਕਰਾ ਸਕਦੇ। ਠੀਕ ਹੈ। ਜਿਹੜੇ ਬੰਦੇ ਨੇ ਇਹ ਹੈਗੇ ਨੇ ਉਹ ਬੰਦੇ ਜਿਹੜੇ ਆਲਰੇਡੀ ਵੈਟ ਜਾਂ CST ਦੇ ਅੰਡਰ ਰਜਿਸਟਰ। ਜਿਹੜਾ ਬੰਦੇ ਨੇ ਨਵਾਂ ਕੰਮ ਸ਼ੁਰੂ ਕੀਤਾ ਵਾ ਉਹ ਫਰੈਸ਼ ਰਜਿਸਟ੍ਰੇਸ਼ਨ ਕਰਵਾਊਗਾ ਰਾਜ। Fresh registration person is liable to register who apply for registration under registration rule may tick the option to pay tax in part B of registration 01। हाँ जी, ये इस फॉर्म के अंडर अपने आप रजिस्टर कर सकते। ठीक है बेटे। उस तो बाद हैगा जेड़ा बंदा 3 कैटेगरी बन गया। पहली कैटेगरी की सी जेड़ा वैट वगैरह तो अपने आप, दूजा सीगा जेड़ा नवा, तीजा हैगा जेड़ा सिंपल GST तो अपने आप को रजिस्टर करा रहा वा कित्थे कंपाउंड लेवी स्कीम ਦੇ ਵਿੱਚ। If a registered person under GST want to opt for compound levy scheme, the scheme will be operational from the next financial year। ਇੱਕ ਤਾਂ ਪਹਿਲੀ ਗੱਲ ਉਹਨਾਂ ਨੇ ਕਹਿਤਾ ਕਿ ਅਗਰ ਤੁਸੀਂ ਕਾਮਨ GST ਜੋ ਹੈਗੇ ਆ ਤਾਂ ਤੁਸੀਂ ਕੰਪਾਊਂਡ ਲੈਵੀ ਸਕੀਮ 'ਚ ਅਗਲੇ ਸਾਲ ਹੋ ਸਕਦੇ ਹੋ, ਤਾਂ ਤੁਹਾਨੂੰ GST CPM 02 ਫਾਰਮ ਭਰਨਾ ਪਊਗਾ। ठीक है ना। एक ITC 03 फॉर्म भरना पऊगा जिस ਤੁਹਾਨੂੰ ITC ਦਾ ਜਿੰਨਾ ਵੀ ਪੁਰਾਣਾ ਬੈਲੈਂਸ ਹੋਊਗਾ ਉਹ ਤੁਹਾਨੂੰ ਫਿਰ ਦੇ ਦਿੱਤਾ ਜਾਊਗਾ, ਕਿਉਂਕਿ ITC ਅੱਗੇ ਤਾਂ ਮਿਲਣਾ ਨਹੀਂ। ਠੀਕ ਹੈ ਨਾ, ਸਮਝ ਆ ਗਿਆ। ਉਸ ਤੋਂ ਬਾਅਦ ਇੰਟੀਮੇਸ਼ਨ ਆਫ ਸਟਾਕ ਡਿਟੇਲ, ਫਿਰ ਤੁਹਾਨੂੰ ਆਪਣੇ ਸਟਾਕ ਦੀ ਵੀ ਡਿਟੇਲ ਦੇਣੀ ਪਊਗੀ 60 ਦਿਨਾਂ ਦੇ ਅੰਦਰ ਅੰਦਰ ਕਿ ਕੀ ਤੁਹਾਡੇ ਕੋਲ ਸਟਾਕ ਪਿਆ ਵਾ, ਕਿਹੜੀਆਂ ਗੁੱਡਸ ਨੇ ਜਿਹੜੀਆਂ ਤੁਸੀਂ ਅਨਰਜਿਸਟਰਡ ਡੀਲਰ ਤੋਂ ਖਰੀਦੀਆਂ ਸੀਗੀਆਂ। ਅਗਰ ਤੁਹਾਡੀ ਮੋਰ ਦੈਨ 1 ਪਲੇਸ ਆਫ ਬਿਜ਼ਨਸ ਆ ਤਾਂ ਉਹਦੀ ਵੀ ਇੰਟੀਮੇਸ਼ਨ ਦੇਣੀ ਪਊਗੀ। ਲੇਕਿਨ ਸਾਰੀਆਂ ਜਿਹੜੀਆਂ ਪਲੇਸਿਸ ਨੇ ਉਹ 21 ਸਟੇਟ 'ਚ ਹੋਣੀਆਂ ਚਾਹੀਦੀਆਂ ਨੇ, ਨਹੀਂ ਤਾਂ ਤੁਹਾਨੂੰ ਹਰੇਕ ਸਟੇਟ ਵਾਸਤੇ ਅਲੱਗ ਰਜਿਸਟ੍ਰੇਸ਼ਨ ਕਰਾਉਣੀ ਪਊ। ਉਸ ਤੋਂ ਬਾਅਦ ਆਉਂਦਾ ਜੀ ਇਫੈਕਟਿਵ ਡੇਟ ਆਫ ਫॉर ਕੰਪਾਊਂਡ ਲੈਵੀ ਸਕੀਮ ਫॉर ਅਪੁਆਇੰਟਡ ਡੇਟ ਹੈਗੀ 1/7/2017 ਤੋਂ ਬਾਅਦ ਤੁਸੀਂ ਇਸ ਸਕੀਮ ਦੇ ਅੰਡਰ ਕਰਾ ਸਕਦੇ ਹੋ। ਜਿਹੜੇ ਨਿਊ ਡੀਲਰ ਨੇ, ਐਗਜ਼ਿਸਟਿੰਗ ਡੀਲਰ ਨੇ ਜਿਹੜੇ, ਉਹ 1/7/2017 ਤੋਂ ਰਜਿਸਟਰਡ ਮੰਨੇ ਜਾਣਗੇ। ਜਿਹੜੇ ਨਵੇਂ ਡੀਲਰ ਨੇ ਜਦੋਂ ਤੋਂ ਉਹਨਾਂ ਨੇ ਆਪਣੇ ਆਪ ਨੂੰ ਰਜਿਸਟਰਡ ਕਰਾਇਆ ਉਹ ਉਸ ਦਿਨ ਤੋਂ ਰਜਿਸਟਰਡ ਮੰਨੇ ਜਾਣਗੇ। ਠੀਕ ਹੈ। ਰਿਸਟ੍ਰਿਕਸ਼ਨਸ ਕੀ ਨੇ ਕੰਪਾਊਂਡ ਲੈਵੀ ਸਕੀਮ ਦੀਆਂ? ਇਹਦੇ ਵਿੱਚ ਜਿਹੜਾ ਇੱਕ ਕੈਜੂਅਲ, ਦੇਖੋ ਇਹਦੇ ਵਿੱਚ ਹਰ ਕੋਈ ਬੰਦਾ ਆਪਣੇ ਆਪ ਨੂੰ ਰਜਿਸਟਰਡ ਨਹੀਂ ਕਰਵਾ ਸਕਦਾ। ਜਿੱਦਾਂ ਕੋਈ ਕੈਜੂਅਲ ਟੈਕਸੇਬਲ ਪਰਸਨ ਆ, ਜਿਹੜਾ ਕੈਜੂਅਲ ਟੈਕਸੇਬਲ ਪਰਸਨ ਮਤਲਬ ਜਿਹੜਾ ਕੈਜੂਅਲ ਟੈਕਸੇਬਲ ਪਰਸਨ ਮਤਲਬ ਜਿੱਦਾਂ ਕਈ ਬਿਜ਼ਨਸ ਕਰਦੇ ਨੇ ਨਾ, ਸਿਰਫ ਸੀਜ਼ਨਲ ਬਿਜ਼ਨਸ ਕਰਦੇ ਨੇ, ਉਹ ਨਹੀਂ ਆਪਣੇ ਆਪ ਨੂੰ ਕੰਪਾਊਂਡ ਲੈ, ਨਾ ਹੀ ਨੌਨ ਰੈਜ਼ੀਡੈਂਟ ਬੰਦਾ, ਨਾ ਹੀ RCM ਵਾਲਾ ਆਪਣੇ ਆਪ ਨੂੰ ਇਹਦੇ ਅੰਡਰ ਰਜਿਸਟਰ ਕਰਵਾ ਸਕਦਾ। ਠੀਕ ਹੈ। ਉਸ ਤੋਂ ਬਾਅਦ ਹੈਗਾ ਵਾ the goods held in stock by him on appointed date must not be purchased from a place outside the state। ਉਹੀ ਹੈ ਨਾ ਤੁਸੀਂ ਇੰਟਰ ਸਟੇਟ ਪਰਚੇਜ਼ ਕਰਨੀ ਆ ਨਾ ਸੇਲ ਕਰਨੀ ਆ। ਠੀਕ ਹੈ। ਤੀਜੀ ਇੱਕ ਕੰਡੀਸ਼ਨ ਕੀ ਹੈਗੀ ਆ ਕਿ ਜਿਹੜਾ ਵੀ ਬੰਦਾ ਆਪਣੇ ਆਪ ਨੂੰ ਕੰਪਾਊਂਡ ਲੈਵੀ ਸਕੀਮ ਦੇ ਅੰਡਰ ਰਜਿਸਟਰਡ ਕਰਾਉਂਦਾ ਵਾ ਉਹਨੂੰ ਆਪਣੀ ਪਲੇਸ ਆਫ ਬਿਜ਼ਨਸ 'ਤੇ ਮੈਂਡੇਟਰੀ ਡਿਸਪਲੇ ਆਫ ਵਰਡ ਲਾਈਕ ਕੰਪਾਊਂਡ ਲੈਵੀ ਸਕੀਮ ਜਾਂ ਕੰਪੋਜੀਸ਼ਨ ਟੈਕਸੇਬਲ ਪਰਸਨ ਉਹ ਲਿਖ ਕੇ ਲਾਉਣਾ ਪੈਂਦਾ ਵਾ। ਹੀ ਵਾਜ਼ ਨਾਟ ਅ ਮੈਨੂਫੈਕਚਰਰ ਆਫ ਸੱਚ ਗੁੱਡਸ ਐਜ਼ ਮੇ ਬੀ, ਅਤੇ ਉਹ ਕਿਸੇ ਫਿਰ ਹੋਰ ਸਕੀਮ ਦੇ ਅੰਡਰ ਆਪਣੇ ਆਪ ਨੂੰ ਰਜਿਸਟਰਡ ਨਹੀਂ ਕਰਾ ਸਕਦਾ। ਵੈਲਿਡਿਟੀ ਕੀ ਹੁੰਦੀ ਹੈ ਜੀ? ਇਹ ਵੈਲਿਡ ਹੀ ਵੈਲਿਡ ਆ ਰਾਜੇ ਜਦ ਤੱਕ ਤੁਹਾਡੀ ਲਿਮਿਟ ਆ ਜਿਹੜੀ 1.5 ਕਰੋੜ ਤੋਂ ਘੱਟ ਆ, ਸਕੀਮ ਵੈਲਿਡ ਆ। ਜਦੋਂ ਤੁਹਾਡੀ ਸੇਲ 1.5 ਕਰੋੜ ਤੋਂ ਵੱਧ ਗਈ ਤਾਂ ਤੁਸੀਂ ਆਟੋਮੈਟਿਕਲੀ ਦੂਜੀ ਸਕੀਮ 'ਚ ਮਤਲਬ ਆਟੋਮੈਟਿਕਲੀ ਜਾਓਗੇ, ਤੁਹਾਨੂੰ ਖੁਦ ਨੂੰ ਦੱਸਣਾ ਪਊਗਾ ਡਿਪਾਰਟਮੈਂਟ, ਅਤੇ ਜੇ ਤੁਸੀਂ ਨਹੀਂ ਦੱਸਦੇ ਦੈਨ ਫਿਰ ਤੁਹਾਡੇ ਅਗੇਂਸਟ ਆ ਜਿਹੜਾ ਕਾਰਵਾਈ ਕੀਤੀ ਜਾਊਗੀ। ਠੀਕ ਹੈ ਨਾ ਰਾਜੇ। 7 ਡੇਜ਼ ਦੇ ਅੰਦਰ ਅੰਦਰ ਤੁਸੀਂ ਆ ਜਿਹੜਾ ਉਹ ਦੱਸਣਾ ਹੁੰਦਾ ਵਾ। ਕਿਹੜੇ ਕਿਹੜੇ ਬੰਦੇ ਆਪਣੇ ਆਪ ਨੂੰ ਕੰਪਾਊਂਡ ਲੈਵੀ ਸਕੀਮ ਦੇ ਵਿੱਚ ਨਹੀਂ ਲਿਆ ਸਕਦੇ? ਆਈਸਕ੍ਰੀਮ ਮੈਨੂਫੈਕਚਰ, ਪਾਨ ਮਸਾਲਾ, ਤੰਬਾਕੂ, ਜਿਹੜੇ ਬੰਦੇ ਇੰਟਰ ਸਟੇਟ ਸਪਲਾਈ ਕਰਦੇ ਪਏ ਨੇ, ਜਾਂ ਕੋਈ ਕੈਜੂਅਲ ਬੰਦਾ ਵਾ ਜਿਹੜੀ ਕੈਜੂਅਲ ਸੇਲ ਕਰ ਰਿਹਾ, ਜਾਂ ਨੌਨ ਰੈਜ਼ੀਡੈਂਟ ਆ, ਉਹ ਆਪਣੇ ਆਪ ਨੂੰ ਜਿਹੜਾ ਉਹ ਕੰਪਾਊਂਡ ਲੈਵੀ ਸਕੀਮ ਦੇ ਅੰਡਰ ਨਹੀਂ ਲਿਆ। ਸੋ ਇਹ ਸੀ ਕਿ ਰਾਜੇ ਤੁਹਾਡੀ ਸਾਰੀ ਕੰਪਾਊਂਡ ਲੈਵੀ ਸਕੀਮ। ਸਮਝ ਆ ਗਿਆ? ਠੀਕ ਹੈ, ਕਲੀਅਰ ਹੋ ਗਿਆ।